ਪਿਆਰੇ ਬੱਚਿਓ, ਹੁਣ ਆਪਾਂ ਕਰ ਰਹੇ ਹਾਂ ਸ਼ੀਟ 2 ਡੇ 6th ਕਲਾਸ 6ਵੀਂ। ਸਭ ਤੋਂ ਪਹਿਲਾਂ ਆਪਾਂ ਐਕਟੀਵਿਟੀ ਦੇ ਉੱਪਰ ਦੇਖਦੇ ਹਾਂ ਕੀ ਹੈ। ਹੇਠ ਦਿੱਤੀਆਂ ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖੋ। ਤੇ ਆਪਣੀ ਜਿਹੜੀ ਹੋਮ ਅਸਾਈਨਮੈਂਟ ਹੈ ਉਹ ਕੀ ਹੈ? ਆਪਣੀਆਂ ਗਣਿਤ, ਵਿਗਿਆਨ, ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪਾਠ ਪੁਸਤਕਾਂ ਦੇ ਪੰਨਿਆਂ ਦੀ ਗਿਣਤੀ ਨੋਟ ਕਰੋ ਅਤੇ ਇਸ ਤਰ੍ਹਾਂ ਪ੍ਰਾਪਤ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ। ਦੇਖੋ ਇੱਥੇ ਆਪਾਂ ਨੂੰ ਸੰਖਿਆਵਾਂ ਦਿੱਤੀਆਂ ਹੋਈਆਂ ਨੇ ਐਕਟੀਵਿਟੀ ਦੇ ਵਿੱਚ, ਤੇ ਆਪਾਂ ਹੋਮ ਅਸਾਈਨਮੈਂਟ ਦੇ ਵਿੱਚ ਕੀ ਕਰਨਾ ਹੈ, ਜਿੰਨੀਆਂ ਵੀ ਆਪਣੀਆਂ ਬੁੱਕਸ ਨੇ ਉਹਨਾਂ ਦੇ ਪੰਨੇ ਜਿਹੜੇ ਹੈਗੇ ਆਪਾਂ ਨੋਟ ਕਰਨੇ ਆ। ਠੀਕ ਹੈ, ਟੋਟਲ ਪੰਨੇ ਕਿੰਨੇ ਨੇ ਤੇ ਫਿਰ ਉਹਨਾਂ ਨੂੰ ਆਪਾਂ ਘਟਦੇ ਕ੍ਰਮ ਦੇ ਵਿੱਚ ਲਗਾਉਣਾ। ਹੁਣ ਆਪਣੇ ਲਈ ਪ੍ਰਸ਼ਨ ਕੀ ਹੈ, ਘਟਦਾ ਕ੍ਰਮ ਕੀ ਹੁੰਦਾ ਤੇ ਵੱਧਦਾ ਕ੍ਰਮ ਕੀ ਹੁੰਦਾ? ਠੀਕ ਹੈ, ਉਹਨੂੰ ਆਪਾਂ ਦੇਖਦੇ ਹਾਂ। ਘਟਦਾ ਕ੍ਰਮ ਕੀ ਹੁੰਦਾ ਹੈ? ਦੇਖੋ ਘਟਾਉਣਾ ਹੈ ਨਾ, ਮੀਨਸ ਜਿਵੇਂ 9 ਤੋਂ ਘਟਾ ਕੇ ਕੀ ਆ ਜਾਊਗਾ 8, 8 ਤੋਂ ਘਟਾ ਕੇ ਕੀ ਆ ਜਾਊਗਾ 7। ਮਤਲਬ ਕਿ ਪਹਿਲਾਂ ਆਪਾਂ ਵੱਡਾ ਅੱਖਰ ਲਿਖਾਂਗੇ, ਵੱਡੀ ਸੰਖਿਆ ਲਿਖਾਂਗੇ, ਫਿਰ ਛੋਟੀ, ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ। ਠੀਕ ਹੈ, ਇਹ ਕੀ ਹੋ ਗਿਆ? ਘਟਦਾ ਕ੍ਰਮ, ਮਤਲਬ ਕਿ ਘਟਾਉਣਾ। ਤੇ ਵੱਧਦਾ ਕ੍ਰਮ ਕੀ ਹੋ ਗਿਆ? ਫਿਰ ਵਧਾਉਣਾ, ਮਤਲਬ ਛੋਟੀ ਸੰਖਿਆ ਕਿੱਥੇ ਲਿਖਾਂਗੇ ਆਪਾਂ? ਅੱਗੇ ਲਿਖਾਂਗੇ। ਛੋਟੀ ਸੰਖਿਆ ਨੂੰ ਆਪਾਂ ਅੱਗੇ ਲਿਖਾਂਗੇ, ਜਿਵੇਂ ਕਿ 5, 5 ਤੋਂ ਅੱਗੇ 6, 6 ਤੋਂ ਅੱਗੇ 7। ਮਤਲਬ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਸੰਖਿਆ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ। ਇਹ ਕੀ ਹੋਏਗਾ? ਵੱਧਦਾ ਕ੍ਰਮ, ਵਧਾਉਣਾ। ਠੀਕ ਹੈ ਜੀ, ਇਹ ਕੀ ਹੈ? ਵੱਧਦਾ ਕ੍ਰਮ। ਤੇ ਘਟਾਉਣਾ ਮਤਲਬ ਸਭ ਤੋਂ ਵੱਡੀ ਸੰਖਿਆ ਪਹਿਲਾਂ, ਉਸ ਤੋਂ ਬਾਅਦ ਉਸ ਤੋਂ ਛੋਟੀ, ਉਸ ਤੋਂ ਬਾਅਦ ਉਸ ਤੋਂ ਛੋਟੀ। ਠੀਕ ਹੈ, ਇਹ ਕੀ ਹੋਏਗਾ? ਆਪਣਾ ਘਟਦਾ ਕ੍ਰਮ। ਠੀਕ ਹੈ ਜੀ, ਇਹ ਕੀ ਹੋਊਗਾ? ਆਪਣਾ ਘਟਦਾ ਕ੍ਰਮ। ਠੀਕ ਹੈ, ਸੋ ਹੁਣ ਤੁਸੀਂ ਇਹਨੂੰ ਕਰ ਲੈਣਾ। ਆਪਾਂ ਸੰਖਿਆਵਾਂ ਨੂੰ ਕਰ ਲੈਂਦੇ ਹਾਂ ਇੱਥੇ। ਦੇਖੋ ਸੰਖਿਆਵਾਂ, ਦੇਖੋ ਸਭ ਤੋਂ ਪਹਿਲਾਂ ਤਾਂ ਕਿਹੜੀਆਂ ਨੇ? ਵੱਧਦੇ ਕ੍ਰਮ 'ਚ ਲਗਾਉਣਾ ਨਾ। ਸਭ ਤੋਂ ਪਹਿਲਾਂ ਸਭ ਤੋਂ ਛੋਟਾ ਨੰਬਰ ਲੱਭੋ, ਕਿਹੜਾ ਵਾ? ਸਭ ਤੋਂ ਛੋਟਾ ਨੰਬਰ ਕੀ ਦਿਖ ਰਿਹਾ ਤੁਹਾਨੂੰ? 116। ਠੀਕ ਹੈ, 116 ਸਭ ਤੋਂ ਛੋਟਾ ਹੈ। ਉਸ ਤੋਂ ਵੱਡਾ ਕੌਣ ਹੈ ਜੀ? 200। ਪਹਿਲਾਂ 100, ਫਿਰ 200, 257। ਉਸ ਤੋਂ ਬਾਅਦ ਦੇਖੋ 348। ਉਸ ਤੋਂ ਬਾਅਦ 400 ਹੈ ਨਹੀਂ, 523। 500 ਵਾਲੇ ਦੋ ਨੇ, 580 ਤੇ 523। 523 ਛੋਟਾ ਹੁੰਦਾ ਹੈ, 580 ਉਸ ਤੋਂ ਵੱਡਾ। ਫਿਰ ਉਸ ਤੋਂ ਵੱਡਾ 775, ਉਸ ਤੋਂ ਵੱਡਾ 820 ਤੇ ਉਸ ਤੋਂ ਵੱਡਾ 926। ਠੀਕ ਹੈ ਬੇਟਾ, ਸੋ ਇਹ ਸੀ ਆਪਣਾ ਸੰਖਿਆਵਾਂ ਦਾ, ਇਹਨਾਂ ਸੰਖਿਆਵਾਂ ਦਾ ਵੱਧਦਾ ਕ੍ਰਮ। ਠੀਕ ਹੈ ਜੀ, ਉਸੇ ਤਰ੍ਹਾਂ ਹੁਣ ਤੁਸੀਂ ਆਪਣੀ ਪੁਸਤਕਾਂ ਦੇ ਜਿਹੜੇ ਹੈਗੇ ਨੇ ਸਫ਼ੇ ਨੋਟ ਕਰ ਲਿਓ ਟੋਟਲ ਕਿੰਨੇ ਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਘਟਦੇ ਕ੍ਰਮ ਦੇ ਵਿੱਚ ਤੁਸੀਂ ਲਗਾ ਦਿਓ। ਹੁਣ ਆਪਾਂ ਚੱਲਦੇ ਹਾਂ ਜੀ ਡੇ 7 ਤੇ। ਥੈਲੇ ਵਿੱਚੋਂ ਕੋਈ ਦੋ ਗੇਂਦਾਂ ਕੱਢੋ। ਇਹ ਤੁਸੀਂ ਦੇਖ ਰਹੇ ਹੋ ਬਾਲਸ, ਇਹਨਾਂ ਦੇ ਉੱਪਰ ਮਾਰਕਿੰਗ ਕੀਤੀ ਹੋਈ ਹੈ, ਨੰਬਰ ਲਿਖੇ ਹੋਏ ਨੇ, ਅੰਕ। ਸੋ ਇਹਨਾਂ ਅੰਕਾਂ ਨਾਲ ਕਹਿੰਦੇ ਪਹਿਲਾਂ ਤਾਂ ਕੋਈ ਵੀ ਦੋ ਗੇਂਦਾਂ ਕੱਢ ਲਓ। ਮੰਨ ਲਓ ਮੈਂ ਇੱਕ ਆਹ ਗੇਂਦ ਕੱਢ ਲਈ 3, ਇੱਕ ਕੱਢ ਲਈ 8। ਠੀਕ ਹੈ, ਇਹਨਾਂ ਦੋਨਾਂ ਅੰਕਾਂ ਨਾਲ ਕਿੰਨੀਆਂ ਸੰਖਿਆਵਾਂ ਬਣ ਸਕਦੀਆਂ? ਦੇਖੋ ਇੱਕ ਤਾਂ ਬਣੂਗੀ 38 ਤੇ ਇੱਕ ਕੀ ਬਣੂਗੀ? 83। ਮੈਂ ਪਲੇਸ ਚੇਂਜ ਕਰਤੀ, ਪਹਿਲਾਂ 30 ਨੂੰ ਅੱਗੇ ਰੱਖਿਆ, 8 ਨੂੰ ਪਿੱਛੇ, ਫਿਰ 8 ਨੂੰ ਅੱਗੇ ਰੱਖ ਲਿਆ, 30 ਨੂੰ ਪਿੱਛੇ। ਠੀਕ ਹੈ, ਸੋ ਦੋ ਸੰਖਿਆਵਾਂ ਬਣ ਗਈਆਂ 38 ਤੇ 83। ਫਿਰ ਉਹ ਕਹਿੰਦੇ ਇਹਨਾਂ ਨੂੰ ਰੋਮਨ ਅੰਕ ਪ੍ਰਣਾਲੀ ਵਿੱਚ ਲਿਖੋ। ਤੇ ਆਪਣੀ ਹੋਮ ਅਸਾਈਨਮੈਂਟ ਵੀ ਕੀ ਹੈ ਕਿ ਆ ਜਿਹੜੀਆਂ ਤੁਸੀਂ ਕੋਈ ਵੀ ਦੋ, ਸੌਰੀ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਹਾਂ, ਕੋਈ ਵੀ ਦੋ ਸੰਖਿਆਵਾਂ ਲੈ ਕੇ ਤੁਸੀਂ ਇਸ ਪ੍ਰਸ਼ਨ ਨੂੰ ਕਰ ਸਕਦੇ ਹੋ। ਠੀਕ ਹੈ, ਹੋਮ ਅਸਾਈਨਮੈਂਟ ਵਿੱਚ ਕੀ ਹੈ ਕਿ ਆ ਜਿਹੜੇ ਦੋਸਤ ਹੈਗੇ ਨੇ ਇਹਨਾਂ ਦੀਆਂ ਸ਼ਰਟਸ ਦੇ ਉੱਤੇ ਨੰਬਰ ਲਿਖੇ ਹੋਏ ਆ, ਮੈਂ ਲਾਰਜ ਕਰ ਦਿੰਦੀ ਹਾਂ। 15, 23, 35, 78, 97। ਇਹਨਾਂ ਨੂੰ ਤੁਸੀਂ ਕਿਹਦੇ 'ਚ ਲਿਖਣਾ ਹੈ? ਰੋਮਨ ਨਿਊਮਰਲਸ ਦੇ ਵਿੱਚ ਲਿਖਣਾ ਹੈ। ਠੀਕ ਹੈ, ਹੁਣ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸਦੀ ਹਾਂ ਰੋਮਨ ਨਿਊਮਰਲਸ ਦੇ ਵਿੱਚ ਕਿਵੇਂ ਲਿਖਿਆ ਜਾਂਦਾ ਹੈ। ਤੁਸੀਂ 100 ਤੱਕ ਹੀ ਲਿਖਣਾ। ਸੋ ਸੌਰੀ, ਰੋਮਨ ਨਿਊਮਰਲਸ ਦੇ ਵਿੱਚ ਕਿੱਦਾਂ ਲਿਖਿਆ ਜਾਂਦਾ ਹੈ? ਦੇਖੋ ਰੋਮਨ ਨਿਊਮਰਲਸ ਦੇ ਵਿੱਚ ਜਿਹੜੀ ਮਾਰਕਿੰਗ ਹੁੰਦੀ ਆ ਉਹ 1, 5, 10, 50 ਤੇ 100। ਤੁਸੀਂ ਇੱਥੋਂ ਤੱਕ ਹੀ ਸਿੱਖ ਲਓ ਇੱਕ ਵਾਰੀ। ਠੀਕ ਹੈ, ਸੋ ਇਹ ਵਾਲੀ ਮਾਰਕਿੰਗ ਹੁੰਦੀ ਹੈ। ਇੱਥੇ ਇੱਥੇ ਆਪਾਂ ਡਿਵਾਈਡ ਕਰ ਸਕਦੇ ਹਾਂ ਕਿਸੇ ਵੀ ਨੰਬਰ ਨੂੰ। ਸੋ 1 ਨੂੰ ਲਿਖਦੇ ਹਾਂ I, 5 ਨੂੰ ਲਿਖਦੇ ਹਾਂ V, 10 ਨੂੰ ਲਿਖਦੇ ਹਾਂ X, L ਨੂੰ 50 ਨੂੰ ਲਿਖਦੇ ਹਾਂ L ਤੇ 100 ਨੂੰ ਲਿਖਦੇ ਹਾਂ ਆਪਾਂ C। I ਨੂੰ ਆਪਾਂ ਮੈਕਸੀਮਮ ਕਿੰਨੇ ਵਾਰ ਲਿਖ ਸਕਦੇ ਹਾਂ? 3 ਵਾਰ।
ਉਵੇਂ ਹੀ x ਨੂੰ ਤੇ 100 ਨੂੰ। ਦੇਖੋ ਜਿਹੜੀਆਂ 10 ਦੀਆਂ ਪਾਵਰਸ ਹੈ 1, 10 ਤੇ 100, ਇਹਨਾਂ ਨੂੰ ਆਪਾਂ ਕਿੰਨੇ ਵਾਰੀ ਰਿਪੀਟ ਕਰ ਸਕਦੇ ਹਾਂ ਮੈਕਸਿਮਮ? 3 ਵਾਰ। ਠੀਕ ਹੈ ਬੇਟਾ, ਜਿਵੇਂ 300 ਪਾਉਣਾ ਹੋਵੇ ਇੱਦਾਂ। ਆਹ ਕਿੰਨੇ ਨੇ? 10, 10, 10, ਮਤਲਬ ਕਿ 10 ਪਲੱਸ 10 ਪਲੱਸ 10 ਕਿੰਨੇ ਬਣ ਗਏ? 30। ਸਮਝ ਲੱਗ ਗਈ? ਮੈਕਸਿਮਮ ਮਤਲਬ ਆਪਾਂ ਇਹਨਾਂ ਨੂੰ ਲੈਟਰਸ ਨੂੰ ਕਿੰਨੇ ਵਾਰ ਰਿਪੀਟ ਕਰ ਸਕਦੇ ਹਾਂ? ਸਿਰਫ 3 ਵਾਰ। ਕਿਹੜੇ-ਕਿਹੜਿਆਂ ਨੂੰ? 1, 10 ਤੇ 100। ਠੀਕ ਹੈ ਜੀ, ਮਤਲਬ ਕਿ ਅੱਗੇ ਨੂੰ ਆਪਾਂ ਇਹਨਾਂ ਨੂੰ 3 ਵਾਰ ਰਿਪੀਟ ਕਰ ਸਕਦੇ ਹਾਂ ਤੇ ਕਿਸੇ ਵੀ ਅੱਖਰ ਦੇ ਪਿੱਛੇ, ਜਿਵੇਂ ਕਿ ਐਗਜ਼ਾਮਪਲ ਦਿੰਦੀ ਹਾਂ ਮੈਂ ਤੁਹਾਨੂੰ, V ਦੇ ਪਿੱਛੇ I ਕਿੰਨੇ ਵਾਰ ਲੱਗ ਸਕਦੀ ਹੈ? ਸਿਰਫ 1 ਵਾਰ। ਠੀਕ ਹੈ, V ਦੇ ਅੱਗੇ ਜੇ I ਲਗਾਉਣੀ ਹੋਵੇ ਤਾਂ ਕਿੰਨੀ ਵਾਰ ਲੱਗ ਸਕਦੀ ਹੈ? ਮੈਂ ਤੁਹਾਨੂੰ ਦੱਸਿਆ। ਫਾਰਵਰਡ ਦੇ ਵਿੱਚ ਤੁਸੀਂ ਇਹਨੂੰ I ਨੂੰ ਕਿੰਨੇ ਵਾਰ ਲਗਾ ਸਕਦੇ ਹੋ V ਨਾਲ? 3 ਵਾਰ। ਤੇ ਜੇ ਅਗਰ ਪਿੱਛੇ ਲਗਾਉਣੀ ਹੋਵੇ ਤਾਂ ਕਿੰਨੇ ਵਾਰ ਲਗਾ ਸਕਦੇ ਹੋ? 1 ਵਾਰ, ਸਿਰਫ 1 ਵਾਰ। ਠੀਕ ਹੈ, ਉਵੇਂ ਹੁਣ ਜੇ ਤੁਸੀਂ L ਦੇ ਨਾਲ X ਲਗਾਣੀ ਹੋਵੇ, ਠੀਕ ਹੈ, L ਦੇ ਨਾਲ X ਲਗਾਣੀ ਹੋਵੇ, L ਨਾਲ X ਅੱਗੇ ਨੂੰ ਤਾਂ ਕਿੰਨੇ ਵਾਰ ਲੱਗ ਸਕਦੀ ਹੈ? L ਦੇ ਰਾਈਟ ਹੈਂਡ ਸਾਈਡ ਤੇ X ਕਿੰਨੇ ਵਾਰ ਰਿਪੀਟ ਹੋ ਸਕਦੀ ਹੈ? 3 ਵਾਰ। ਤੇ ਬੈਕ ਮਤਲਬ ਪਿੱਛੇ ਕਿੰਨੀ ਵਾਰ ਲੱਗ ਸਕਦੀ ਹੈ? ਸਿਰਫ ਲੈਫਟ ਹੈਂਡ ਸਾਈਡ ਤੇ ਓਨਲੀ 1 ਵਾਰ। ਠੀਕ ਹੈ ਬੇਟਾ, ਸੋ ਆਰਡਰ ਤੁਸੀਂ ਧਿਆਨ ਰੱਖਣਾ ਆ। ਠੀਕ ਹੈ, L ਦੇ ਨਾਲ ਕੀ ਲੱਗੂਗਾ? ਸਿਰਫ X। ਠੀਕ ਹੈ, X ਦੇ ਨਾਲ ਕੀ ਲੱਗ ਸਕਦਾ? V, ਤੇ V ਦੇ ਨਾਲ ਕੀ ਲੱਗ ਸਕਦਾ? I। ਠੀਕ ਹੈ ਜੀ, ਉਵੇਂ X ਦੇ ਨਾਲ ਤੁਸੀਂ I ਵੀ ਲਗਾ ਸਕਦੇ ਹੋ ਤੇ V ਵੀ ਲਗਾ ਸਕਦੇ ਹੋ। ਠੀਕ ਹੈ ਜੀ, L ਦੇ ਨਾਲ X ਵੀ ਲੱਗ ਜਾਏਗਾ, V ਵੀ ਲੱਗ ਜਾਏਗਾ, I ਵੀ ਲੱਗ ਜਾਏਗਾ। ਠੀਕ ਹੈ ਬੇਟਾ, ਸੋ ਹੁਣ ਆਪਾਂ ਕਰਦੇ ਹਾਂ ਡਿਵੀਜ਼ਨ। ਅੱਛਾ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਅੱਗੇ ਤੇ ਪਿੱਛੇ ਲੱਗ ਜਾਂਦੇ ਆ, ਹੈ ਨਾ, ਜਿਹੜੇ ਲੈਟਰਸ ਨੇ। ਜਿਵੇਂ V ਦੇ ਮੰਨ ਲਓ ਆ I ਰਾਈਟ ਹੈਂਡ ਸਾਈਡ ਤੇ ਲੱਗੀ ਹੈ, ਇਹਦਾ ਮਤਲਬ ਹੈ ਵੀ ਮੈਂ ਇਹਨਾਂ ਨੰਬਰਸ ਨੂੰ ਜੋੜ ਰਹੀ ਹਾਂ, ਇਹਨੋਂ ਤਿੰਨੋਂ ਨੂੰ ਕੀ ਕਰ ਰਹੀ ਹਾਂ? ਜੋੜ ਰਹੀ ਹਾਂ। V ਦਾ ਮਤਲਬ ਕਿੰਨਾ ਮੇਰੇ ਕੋਲੇ? 5। I ਦਾ ਮਤਲਬ ਮੇਰੇ ਕੋਲੇ ਕਿੰਨਾ? 1। ਤੇ I ਦਾ ਮਤਲਬ ਫਿਰ ਮੇਰੇ ਕੋਲੇ ਕਿੰਨਾ? 1। ਮਤਲਬ ਮੈਂ ਇਹਨਾਂ ਨੂੰ ਜੋੜ ਰਹੀ ਹਾਂ, 5 ਤੇ 6 ਤੇ 1 7, ਮਤਲਬ ਮੇਰੀ ਆ ਸੰਖਿਆ ਕਿੰਨੀ ਆ? 7। ਠੀਕ ਹੈ ਬੇਟਾ, ਕਿੰਨੀ ਸੰਖਿਆ ਹੈ? 7। ਅਗਰ ਮੈਂ ਇਸੇ I ਨੂੰ V ਦੇ ਪਿੱਛੇ ਲਗਾ ਦੇਵਾਂ, ਖੱਬੇ ਹੱਥ ਦੇ ਉੱਪਰ ਯੂਜ਼ ਕਰਾਂ, ਤਾਂ ਉਹਨੂੰ ਕੀ ਹੋਊਗਾ? ਆਪਾਂ ਉਸ ਸੰਖਿਆ ਦੇ ਵਿੱਚੋਂ ਘਟਾਉਣਾ ਹੈ। V ਦਾ ਮਤਲਬ ਕਿੰਨਾ ਹੈ? 5। I ਦਾ ਮਤਲਬ ਕਿੰਨਾ ਹੈ? 1। ਤਾਂ 5 ਦੇ ਵਿੱਚੋਂ 1 ਤੁਸੀਂ ਘਟਾਉਣਾ ਹੈ, ਤਾਂ ਇਹਦਾ ਮਤਲਬ ਇਹ ਤੁਹਾਡੀ ਸੰਖਿਆ ਕਿੰਨੀ ਹੈ? 4। ਠੀਕ ਹੈ ਬੇਟਾ, ਸੋ ਇਸ ਤਰ੍ਹਾਂ ਹੁਣ ਤੁਸੀਂ, ਮੈਂ ਤੁਹਾਨੂੰ ਇੱਕ ਸੰਖਿਆ ਨੂੰ ਲਿਖ ਕੇ ਦਿਖਾ ਦਿੰਦੀ ਹਾਂ, ਬਾਕੀ ਨੂੰ ਤੁਸੀਂ ਲਿਖ ਲਿਓ। ਸੌਰੀ, ਮੈਂ ਬਾਏ ਮਿਸਟੇਕ ਇਰੇਜ਼ ਕਰਤਾ, ਆਪਾਂ ਦੁਬਾਰਾ ਲਿਖ ਲੈਂਦੇ ਹਾਂ। I V X L C। ਠੀਕ ਹੈ ਬੇਟਾ, ਸੋ ਹੁਣ ਆਪਾਂ ਲਿਖਦੇ ਹਾਂ ਤੁਹਾਡੀ 83। ਆਪਣੀ ਸੰਖਿਆ ਬਣੀ ਸੀ, ਆਪਾਂ ਲਈ ਸੀ ਬੋਲ 3 ਤੇ 8, ਸੋ ਆਪਣੀ 83 ਲੈ ਲਓ ਜਾਂ 38, ਚਲੋ ਦੋਨੇ ਹੀ ਲਿਖ ਲੈਂਦੇ ਹਾਂ। 38। ਸੋ 38 ਨੂੰ ਤੁਸੀਂ ਇਹਨਾਂ ਦੇ ਵਿੱਚੋਂ ਹੀ ਡਿਵਾਈਡ ਕਰਨਾ। ਦੇਖੋ 38 ਨੂੰ ਕਿਵੇਂ ਡਿਵਾਈਡ ਕਰ ਸਕਦੇ ਹੋ? 10 10 ਕਰਕੇ ਡਿਵਾਈਡ ਕਰ ਸਕਦੇ ਹੋ। 10 ਪਲੱਸ 10 ਪਲੱਸ 10 ਕਿੰਨਾ ਬਣ ਗਿਆ? 30। 30 ਤੋਂ ਬਾਅਦ ਇਹਨਾਂ ਵਿੱਚੋਂ ਹੀ ਡਿਵਾਈਡ ਕਰਨਾ। ਦੇਖੋ ਇਹੀ ਅੱਖਰ ਯੂਜ਼ ਕਰਨੇ ਆ। 30 ਤੇ 5 35। 35 ਦੇ ਵਿੱਚ ਹੋਰ ਕਿੰਨੇ ਐਡ ਕਰਨੇ ਪੈਣਗੇ? 3। 3 ਤਾਂ ਹੋ ਨਹੀਂ ਸਕਦੇ, ਪਰ 1 ਪਲੱਸ 1 ਪਲੱਸ 1 ਹੋ ਸਕਦਾ। ਅੱਖਰ ਜਿਹੜੇ ਇੱਥੇ ਡਿਵੀਜ਼ਨ ਲਈ ਯੂਜ਼ ਕਰਨੇ, ਤੁਸੀਂ ਸਿਰਫ ਇਹੀ ਅੰਕ ਯੂਜ਼ ਕਰ। ਠੀਕ ਹੈ, ਸੋ ਹੁਣ ਆਪਾਂ ਕੀ ਕਰਦੇ ਹਾਂ? 10 ਲਈ ਸਿੰਬਲ ਕੀ ਹੈ? ਬੋਲੋ, ਇਸ 10 ਲਈ ਸਿੰਬਲ ਕੀ ਹੋਊਗਾ? X। ਠੀਕ ਹੈ, ਇਸ 10 ਲਈ ਸਿੰਬਲ ਕੀ ਹੋਊਗਾ? X। ਜੋੜ 'ਚ ਤਾਂ ਆਪਾਂ ਅੱਗੇ ਨੂੰ ਵਧਣਾ, ਠੀਕ ਹੈ, ਪਿੱਛੇ ਨਹੀਂ ਲਗਾਉਣੀ ਕੋਈ ਵੀ ਸੰਖਿਆ। 10 ਤਾਂ 3 ਤਾਂ ਆਪਾਂ X ਰਿਪੀਟ ਕਰਤਾ, ਹੁਣ ਚੌਥੀ ਵਾਰੀ ਨਹੀਂ ਰਿਪੀਟ ਕਰ ਸਕਦੀ। ਠੀਕ ਹੈ, 5। 5 ਲਈ ਸਿੰਬਲ ਕੀ ਹੈ? V। X X X V। ਉਸ ਤੋਂ ਬਾਅਦ 1 ਨੂੰ ਕਿਹਦੇ ਨਾਲ ਲਿਖਦੇ ਆ? I ਨਾਲ। ਸੋ 3 ਟਾਈਮਸ ਕੀ ਲਿਖਾਂਗੇ ਆਪਾਂ? I। ਠੀਕ ਹੈ ਬੇਟਾ, ਸੋ ਇਹ ਕੀ ਲਿਖਾਂਗੇ ਇੱਥੇ ਆਪਾਂ? 3 ਟਾਈਮਸ I। ਸੋ ਇਹ ਬਣ ਗਿਆ X X X V I I I। ਠੀਕ ਹੈ ਬੇਟਾ, ਸੋ ਇਹ ਬਣ ਗਿਆ ਤੁਹਾਡਾ 38। ਠੀਕ ਹੈ, 83 ਦੀ ਡਿਵੀਜ਼ਨ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਤੁਸੀਂ ਬਾਕੀ ਜਿਹੜੀਆਂ ਸੰਖਿਆਵਾਂ ਉਹਨਾਂ ਨੂੰ ਆਪਣੇ ਅਕੋਰਡਿੰਗ ਕਰ ਲਿਓ ਜੀ। ਠੀਕ ਹੈ, 83। ਸੋ 83 ਦੀ ਡਿਵੀਜ਼ਨ ਕਿਵੇਂ ਹੋਊਗੀ? ਆਪਾਂ ਨੂੰ ਪਤਾ ਆਪਣੇ ਕੋਲੇ ਡਿਵੀਜ਼ਨ ਕੀ ਹੈ? 50। 50 ਦੇ ਵਿੱਚ ਕਿੰਨਾ ਜੋੜੀਏ?
30 ਤਾਂ ਜੋੜ ਨਹੀਂ ਸਕਦੇ 80 ਲਈ, ਸੋ 10-10 ਕਰਕੇ ਜੋੜ ਸਕਦੇ ਹਾਂ 3 ਵਾਰੀ। ਕਿੰਨਾ ਬਣ ਗਿਆ 80 ਤੇ 83 ਚ 3 ਨਹੀਂ ਜੋੜ ਸਕਦੇ ਆਪਾਂ, ਪਰ ਕੱਲੇ-ਕੱਲੇ ਸਿੰਗਲ-ਸਿੰਗਲ ਜਿਹੜੇ ਹੈਗੇ ਆ ਇੱਕ ਜੋੜ ਸਕਦੇ ਹਾਂ। ਕਿੰਨੇ ਵਾਰ? 3 ਵਾਰ। ਤਾਂ ਬਣ ਗਿਆ 83 ਆਪਣਾ, ਠੀਕ ਹੈ। ਸੋ ਇਹ ਹੋ ਗਿਆ ਆਪਣਾ 83 ਦੀ ਡਿਵੀਜ਼ਨ। ਇਹਦੇ ਲਈ ਤੁਸੀਂ ਅਗਰ ਸਿੰਬਲਸ ਲਿਖੋਗੇ ਤਾਂ ਕੀ ਲਿਖੋਗੇ? L, X, ਇਹਦੇ ਲਈ L, ਇਹਦੇ ਲਈ X, ਇਹਦੇ ਲਈ ਵੀ X, ਇਸ 10 ਲਈ ਵੀ X, ਇਸ 1 ਲਈ I, ਇਸ 1 ਲਈ I ਤੇ ਇਸ 1 ਲਈ I। ਤਾਂ ਆਪਣਾ ਕਿੰਨਾ ਬਣ ਗਿਆ? 83। ਠੀਕ ਹੈ ਬੇਟਾ। ਸੋ ਕੀਪ ਡੂਇੰਗ। ਨੈਕਸਟ 2 ਦਿਨਾਂ ਦਾ ਕੰਮ ਆਪਾਂ ਨੈਕਸਟ ਵੀਡੀਓ 'ਚ ਕਰਦੇ ਹਾਂ।